बिस्मिल्लाहिर्रहमानिर्रहीम अस्सलामुअलैकुम वरहमतुल्लाहि वबरकातुहू। तमाम व्यूअर्स को दिल की अथाह गहराइयों से वेलकम करते हैं। एक नई वीडियो लेकर हाज़िर हैं जो कि हमारी वीडियो है शीप फार्मिंग के मतलब और शीप्स के मतलब जो मालूमात हैं वो हमें फ़राहम करेंगे एक इंतहाई उम्र रसीदा शख्सियत जिन्होंने तमाम ज़िंदगी जो है वो भेड़ों की फार्मिंग में गुजार दी। तो आगे बढ़ने से पहले मैं एक ज़रूरी गुजारिश करूँगा कि वीडियो को लाइक और शेयर ज़रूर किया करें और कमेंट्स भी किया करें। और आपके कमेंट्स की रोशनी में हमें पता चलता है कि आपके मसाइल क्या हैं, एक फार्मर के क्या मसाइल होते हैं। ये मसाइल हम वीडियो में डिस्कस करेंगे। तो चलिए बिला तखीर फार्मर का इंटरव्यू स्टार्ट करते हैं। जी अस्सलाम वालेकुम बुजुर्गो। जी हजूर थोड़ा उच्चा बोलना। बाबा जी की नाम है अपना? करामत अली। अच्छा करामत अली साहब है भेड़ां ਜਿਹੜੀਆਂ ਨੇ ਆਪਣੀਆਂ ਕਿੰਨੀਆਂ ਭੇਡਾਂ ਨੇ ਤੁਹਾਡੇ ਕੋਲ? ਇਹ 8 ਪਾਰੂ ਨੇ ਜੀ। 8 ਪਾਰੂ ਨੇ। ਅੱਛਾ ਇਹ ਕਿੰਨਾ ਅਰਸਾ ਹੋ ਗਿਆ ਇਹ ਭੇਡਾਂ ਦਾ ਕੰਮ ਕਰਦੇ ਆ? ਮੈਨੂੰ ਸਾਰੀ ਉਮਰ ਹੀ ਨਿਭ ਗਈ ਹੈ ਜੀ। ਅੱਛਾ ਇਹ ਤੁਹਾਨੂੰ ਇਸ ਕੰਮ ਦਾ ਸ਼ੌਕ ਸੀ ਕਿ ਜਾਂ ਕੋਈ ਵਿਰਾਸਤੀ ਕੰਮ ਹੈ ਇਹ? ਨਹੀਂ ਜੀ ਵਿਰਾਸਤੀ ਕੰਮ ਹੈ ਆਪਣਾ ਰੋਜ਼ੀ ਦਾ ਮਸਲਾ। ਅੱਛਾ ਅੱਛਾ ਬਜ਼ੁਰਗੋ ਇਹ ਦੱਸਿਆ ਜੇ ਜੀ ਇਹ ਇੰਨੀਆਂ ਭੇਡਾਂ ਵਾਸਤੇ ਕਿੰਨੇ ਬੰਦਿਆਂ ਦਾ ਗੁਜ਼ਾਰਾ ਹੋ ਸਕਦਾ ਇੰਨੀਆਂ ਭੇਡਾਂ ਰੱਖ ਕੇ? ਗੁਜ਼ਾਰਾ ਹੁਣ ਫਿਰ ਅੱਲਾ ਦੇ ਵਾਸਤੇ ਦੀ ਗੱਲ ਹੈ, ਰੋਜ਼ੀ ਰੱਬ ਹੀ ਦੇਣੀ ਹੁੰਦੀ ਹੈ। ਅੱਛਾ ਤੇ ਇਹ ਜਿਹੜੀ ਤੁਹਾਡੇ ਕੋਲ ਜਿਹੜੇ ਭੇਡਾਂ ਦੀ ਨਸਲ ਹੈ ਕਿਹੜੀ ਨਸਲ ਹੈਗੀ ਹੈ? ਇਹ ਕਜਲੀ। ਅੱਛਾ ਕਜਲੀ। ਇਹ ਕਜਲੇ ਦੀ ਕੀ ਪਹਿਚਾਣ ਹੁੰਦੀ ਹੈ ਸਾਨੂੰ ਦੱਸੋਗੇ? ਇਹੋ ਹੀ ਆ ਪਛਾਣ ਇਹਨਾਂ ਦੀ, ਵੇਖ ਲਓ ਜਿਹੜੀ ਤੁਹਾਨੂੰ ਦੇਖਦੇ ਨੇ ਕਾਲੇ ਕੰਨ ਤੇ ਬੱਗੇ ਨੂੰ। ਅੱਛਾ ਤੇ ਕਿੰਨੇ ਕੁ ਸਾਲ ਹੋ ਗਏ ਤੁਹਾਨੂੰ ਇਹਦੀ ਫਾਰਮਿੰਗ ਕਰਦਿਆਂ? ਮੈਨੂੰ ਤਾਂ ਜੀ ਹੋ ਗਏ ਨੇ 40-50 ਸਾਲ। ਅੱਛਾ ਇਹ ਦੱਸਿਆ ਜੇ ਕਿ ਬੱਕਰੀ ਰੱਖਣਾ ਆਸਾਨ ਹੈ ਕਿ ਭੇਡ ਰੱਖਣਾ ਆਸਾਨ ਹੈ? ਭੇਡ ਰੱਖਣੀ ਆਸਾਨ ਹੈ। ਅੱਛਾ ਭੇਡ ਰੱਖਣੀ ਆਸਾਨ ਹੈ। ਕੀ ਵਜ੍ਹਾ ਭੇਡ ਦਾ ਤੇ ਬੱਕਰੀ 'ਚ ਕੀ ਫਰਕ ਹੈਗਾ? ਬੱਕਰੀ ਜਰਾ ਔਖੀ ਸੰਭਦੀ ਹੈ ਤੇ ਜਿਹੜੀ ਭੇਡ ਹੈ ਨਾ ਇਹ ਬਾਹਰ ਉਰਾਂ ਪਰਾਂ ਵੀ ਚਰ ਲੈਂਦੀ ਹੈ ਜੀ ਥਾਂ ਦੇ। ਅੱਛਾ ਹਾਂਜੀ ਉਰਾਂ ਪਰਾਂ ਵੀ ਚਰ ਲੈਂਦੀ ਹੈ। ਹਾਂਜੀ। ਅੱਛਾ ਬੱਕਰੀਆਂ ਸਰਦੀਆਂ ਵਿੱਚ ਬੱਕਰੀ ਨੂੰ ਜ਼ਿਆਦਾ ਬਿਮਾਰੀ ਆਉਂਦੀ ਕਿ ਜਾਂ ਭੇਡਾਂ ਨੂੰ? ਭੇਡਾਂ ਨੂੰ ਵੀ ਆ ਜਾਂਦੀ, ਬੱਕਰੀਆਂ ਨੂੰ ਵੀ ਆ ਜਾਂਦੀ। ਭੇਡਾਂ ਨੂੰ ਜ਼ਿਆਦਾਤਰ ਕਿਹੜਾ ਮਸਲਾ ਹੁੰਦਾ ਜਿਹੜਾ ਮਸ਼ਹੂਰ? ਬੁਖਾਰ ਜੀ ਦਵਾ ਜੀ ਲੱਗ ਜਾਂਦੀ। ਅੱਛਾ ਅਗਰ ਬੁਖਾਰ ਤੇ ਵਾਹ ਜਦੋਂ ਲੱਗ ਜਾਂਦੀ ਹੈ ਇਹਦੇ ਵਾਸਤੇ ਕੋਈ ਦੇਸੀ ਟੋਟਕਾ ਦੱਸੋਗੇ? ਨਹੀਂ ਸਾਡੇ ਕੋਲ ਕੋਈ ਨਹੀਂ ਦੇਸੀ ਟੋਟਕੇ ਹੁਣ ਕੋਈ ਨਹੀਂ ਰਹਿ ਗਿਆ। ਪਹਿਲੇ ਕੀ ਕਰਦੇ ਰਹੇ ਨੇ ਪਹਿਲੇ ਜ਼ਮਾਨੇ 'ਚ ਇਹਨਾਂ ਨੂੰ? ਪਹਿਲਾ ਜ਼ਮਾਨੇ ਤਾਂ ਐਵੇਂ ਲੱਗੀਆਂ ਫਿਰੀਆਂ ਨੇ, ਅਸੀਂ ਤਾਂ ਕੋਈ ਨਹੀਂ, ਹੁਣ ਤਾਂ ਦਵਾਈ ਤੇ ਹੀ ਬਸ ਕੰਮ ਹੈਗਾ। ਠੀਕ ਹੈ ਡਾਕਟਰੀ ਦਵਾਈ। ਕੀ ਖਿਆਲ ਹੈ ਇਹਨਾਂ ਨੂੰ ਕੋਈ ਵੈਕਸੀਨ ਵੀ ਕਰਦੇ ਹੋ ਕਿ ਜਾਂ ਵੈਸੇ ਹੀ? ਇਹ ਉਸ ਤਰ੍ਹਾਂ ਦਵਾਈ ਦੇ ਦੀ ਤੇ ਠੀਕ ਹੋ ਜਾਂਦੇ ਨੇ, ਕੀੜੀ ਮਿੱਟੀ ਨਿਕਲ ਜਾਂਦਾ ਕੀੜਾ ਮਿੱਟਾ। ਅੱਛਾ ਮੈਕਸਿਮਮ ਜਿਹੜੀ ਆ ਤੁਹਾਡੇ ਕੋਲ ਨਸਲ ਹੈ ਭੇਡ ਇਹ ਕਿੰਨੇ ਬੱਚੇ ਦਿੰਦੀ ਹੈ ਸਾਲ 'ਚ? ਸਾਲ ਹੀ 2 ਸੂਬੇ ਸੂ ਪੈਂਦੀ ਹੈ, ਕੋਈ 2 ਵੀ ਦਿੰਦੀਆਂ ਨੇ, ਕੋਈ 1 ਦਿੰਦੀ। ਅੱਛਾ ਤੇ ਇਹ ਕਿੰਨੀ ਦੇਰ ਬਾਅਦ ਹੁੰਦੀ ਹੈ ਭੇਡ? ਕਿੰਨੀ ਦੇਰ ਬਾਅਦ ਡਿਲੀਵਰੀ ਕਰਦੀ ਹੈ? 6 ਮਹੀਨਿਆਂ ਬਾਅਦ। ਅੱਛਾ 6 ਮਹੀਨੇ ਬਾਅਦ। ਹਾਂਜੀ ਤੇ ਭੇਡ ਦਾ ਜਿਹੜਾ ਇੱਕ ਭੇਡ ਜਿਹੜੀ ਹੈ ਜੀ ਉਹ ਕਿੰਨੀ ਉਮਰ ਦੀ ਹੋਵੇ ਤੇ ਗੱਭਣ ਹੋ ਜਾਂਦੀ ਹੈ ਕੋਈ ਨਵੇਂ ਸੂਏ ਵਾਸਤੇ? ਇਹ ਸਾਲ ਦੀ ਹੋਵੇ ਤਾਂ ਤਾਂ ਹੁੰਦੀ। ਅੱਛਾ ਸਾਲ ਦੀ ਹੋਵੇ ਤਾਂ ਫੇਰ? ਹਾਂਜੀ ਬੱਚੀ ਜਿਹੜੀ ਹੈ। ਅੱਛਾ ਬਾਅਦ ਔਕਾਤ ਹੁੰਦਾ ਬੱਕਰੀਆਂ ਦੇ ਅੰਦਰ ਇੱਕ ਚੀਜ਼ ਪਾਈ ਜਾਂਦੀ ਹੈ ਕਿ ਉਹ ਕਈ ਬੱਕਰੀਆਂ ਜਿਹੜੀਆਂ ਨੇ ਉਹ ਹੀਟ 'ਚ ਨਹੀਂ ਆਉਂਦੀਆਂ, ਥੋੜੀ ਕਿਤੇ ਗੱਭਣ ਨਹੀਂ ਬਣਦੀਆਂ। ਭੇਡਾਂ 'ਚ ਵੀ ਇਹ ਮਸਲਾ ਵੇਖਣ 'ਚ ਆਇਆ ਕਿ ਨਹੀਂ? ਹੋ ਜਾਂਦਾ ਹੈ, ਘੱਟ ਵੱਧ ਹੋ ਜਾਂਦਾ। ਠੀਕ ਹੈ। ਅੱਛਾ ਇਹ ਦੱਸਿਆ ਜੇ ਕਿ ਇਹ ਭੇਡਾਂ ਨੂੰ ਮਤਲਬ ਇੱਕ ਜਿਹੜਾ 6 ਮਹੀਨੇ ਦਾ ਬੱਚਾ ਉਹ ਕਿੰਨੇ ਕੁ ਦਾ ਸੇਲ ਹੋ ਜਾਂਦਾ? ਸਾਂਭਿਆ ਤਾਂ ਹੋਵੇ ਦੀ ਮਨ ਦਾ ਵੀ ਹੋ ਜਾਂਦਾ ਤੇ ਜੇ ਨਾ ਸਾਂਭੀਏ ਤਾਂ ਭਾਵੇਂ ਨਾ 10 ਦਾ ਹੀ ਨਾ ਹੋਵੇ। ਕੀ ਖਿਆਲ ਪਿਛਲੀ ਤੇ ਕੁਝ ਬੱਚੇ ਸੇਲ ਵੀ ਕੀਤੇ ਜੇ ਕਿ ਜਾਂ? ਕੀਤੇ ਹਨ ਸੇਲ 1-2। ਅੱਛਾ ਤੇ ਕਿੰਨੇ ਕਿੰਨੇ 'ਚ ਮਾਸ਼ਾਅੱਲਾ ਗਿਆ ਸੀ ਉਹ ਬੱਚਾ? ਉਹ ਕੋਈ 40 ਅੱਛਾ 30,000 ਦਾ, ਕੋਈ 35,000 ਬਸ ਇੱਥੇ। ਮਾਸ਼ਾਅੱਲਾ। ਅੱਛਾ ਇੱਕ ਮਨ ਦਾ ਬੱਚਾ ਹੋਵੇ ਤਾਂ ਉਹ ਕਿੰਨੇ ਕੁ ਦਾ ਵਿਕ ਜਾਂਦਾ? ਵਿਕਣ ਨੂੰ ਭਾਵੇਂ ਗਾਹਕ ਲੱਗ ਜਾਏ, ਭਾਵੇਂ 50,000 ਦਾ ਵਿਕ ਜਾਏ ਭਾਵੇਂ। ਅੱਛਾ ਇਹ ਭੇਡਾਂ ਦੇ ਵਜ਼ਨ ਨੂੰ ਵਧਾਉਣ ਵਾਸਤੇ ਕੋਈ ਟੋਟਕਾ ਦੱਸੋਗੇ ਕਿ ਜੇ? ਉਹ ਦਵਾਈ ਹੈਗੀਆਂ ਨੇ ਬਸ, ਮਸਾਲਾ ਦੇਣ ਜਾਂ ਨਿਲਜ਼ਾਨ ਦਵਾਈ ਦੀ। ਅੱਛਾ ਅੱਛਾ ਨੀਲਜ਼ਾਨ ਜਿਹੜੀ ਆ ਉਹ ਛੋਟੇ ਬੱਚੇ ਨੂੰ ਕਿੰਨੀ ਦੇਣੀ ਚਾਹੀਦੀ ਹੈ? ਉਹ 2 ਸਰੀਆਂ ਦੇਣੀ ਚਾਹੀਦੀ। ਤੇ ਕਿੰਨੀ ਦੇਰ ਬਾਅਦ ਦੇਣੀ ਚਾਹੀਦੀ ਹੈ ਨੀਲਜ਼ਾਨ? ਨਿਲਜ਼ਾਨ ਦੇਣੀ ਚਾਹੀਦੀ ਮਹੀਨੇ ਪਿੱਛੋਂ, 15 ਦਿਨਾਂ ਪਿੱਛੋਂ। ਸਹੀ ਹੈ। ਅੱਛਾ ਇਹਦੇ ਵਿੱਚ ਕਰਦੇ ਮਨੀਰ। ਅੱਛਾ ਛੋਟੇ ਨੂੰ ਬੱਚੇ ਨੂੰ ਵੀ ਦੇਣੀ ਚਾਹੀਦੀ ਹੈ? ਹਾਂਜੀ। ਅੱਛਾ ਤੇ ਗੱਭਣ ਬੱਕਰੀ ਨੂੰ ਨੀਲਜ਼ਾਨ ਦੇ ਸਕਦੇ ਆ? ਹਾਂਜੀ। ਕਿੰਨੀ ਦੇਣੀ ਚਾਹੀਦੀ ਹੈ? ਉਹਨੂੰ 20 ਸ਼ੀਸ਼ੀ ਦੇ ਦਿਓ, 25 ਦੇ ਦਿਓ। ਅੱਛਾ 20-25 ਸੀਸੀ ਹਾਂਜੀ ਇੱਕ ਟਾਈਮ 'ਚ ਹਾਂਜੀ ਫੁੱਲ ਬੱਕਰੀ ਨੂੰ? ਹਾਂ। ਠੀਕ ਹੋ ਗਿਆ। ਅੱਛਾ ਤੇ ਕੁਝ ਐਸਾ ਵੀ ਦੇਖਿਆ ਗਿਆ ਕਿ ਨੀਲਜ਼ਾਨ ਨੇ ਕਦੀ ਸਾਈਡ ਇਫੈਕਟ ਵੀ ਕੀਤਾ ਹੈ? ਫਾਇਦਾ ਬੜਾ ਕਰਦੀ ਹੈ। ਨਹੀਂ ਕਦੀ ਇਹ ਨੁਕਸਾਨ ਵੀ ਕਰਦੀ ਹੈ ਨੀਲਜ਼ਾਨ? ਨੁਕਸਾਨ ਕਰਦੀ ਹੈ ਪਰ ਨਹੀਂ ਇੰਨਾ ਨਹੀਂ ਕਰਦੀ ਜਿੰਨੀ ਅਸਰ ਕਰਦੀ ਹੈ। ਠੀਕ ਹੈ। ਹਾਂਜੀ।
अच्छा असर करती है। इन निलजान ਦਾ ਦੱਸੋ ਕੀ ਫਾਇਦਾ ਹੁੰਦਾ ਜੇ? ਫਾਇਦਾ ਇਹੋ ਹੀ ਵੀ ਜੀ ਹੁਣ ਕੀੜਾ ਮਿੱਟੀ ਨਿਕਲ ਜਾਂਦਾ ਤੇ ਭਾਰੂ ਮੋਟਾ ਹੋ ਜਾਂਦਾ। ਅੱਛਾ, ਉਹਦੇ ਨਾਲ ਜ਼ਿਆਦਾ ਪੱਟ ਚਾਰਾ ਖਾਂਦਾ। ਹਾਂਜੀ। ਅੱਛਾ, ਭੇਡਾਂ ਵਾਸਤੇ ਮੋਟਿਆਂ ਕਰਨ ਵਾਸਤੇ ਬਿਹਤਰੀਨ ਚਾਰਾ ਕੀ ਜੇ? ਹੁਣ ਤੁਸੀਂ ਤਾਂ ਹੁਣ ਲੰਮੇ ਰੱਪਣ ਨਹੀਂ ਪੈ ਗਏ ਇਹਦੇ। ਦੱਸੋ ਇੱਥੋਂ 1 ਮਿੰਟ ਬਸ। ਉਹ ਮਸਾਲਾ ਹੀ ਦੇਣਾ ਚਾਹੀਦਾ ਵੀ ਚਰਾ ਵਾਸਤੇ। ठीक है बुज़ुर्गों, बहुत बहुत शुक्रिया। अल्लाह पाक तो जज़ाए खैर दे। जी व्यूअर्स, आपने बाबा जी की गुफ्तगू सुनी जो कि एक अरसे से शीप फार्मिंग कर रहे हैं। माशाल्लाह काफ़ी उनका तजर्बा था। हमारी कोशिश थी कि बहुत सारी मालूमात जो हैं वो आपके लिए इकट्ठी की जाएं, उनके तजर्बे से जितना हो सके उतना इस्तेफ़ादा किया जा सके। तो वीडियो में जो नोटेबल चीज़ थी वो थी डिवर्मिंग, निलजान, जो कि जिसका मुझे मेरे एक व्यूवर ने कमेंट भी किया था कि आप निलजान की मिकदार नहीं बताते कि मिकदार कितनी लेनी चाहिए, कितनी देनी चाहिए एक बकरी के लिए या शीप के लिए। तो सेम मिकदार होती है, वो भी इंटरव्यू का हिस्सा थी। आपने गौर से शायद सुना होगा कि उन्होंने उसकी डोज़ भी बता दी है कि वो प्रैक्टिकली डोज़ कितनी यूज़ करते हैं। लेकिन मेरे हिसाब से जितनी डोज़ वो बता रहे हैं 20 सीसी या 25 सीसी, मेरे ख्याल से इट विल बी साइड इफ़ेक्टेबल। इससे साइड इफ़ेक्ट हो सकते हैं, और साइड इफ़ेक्ट्स की सूरत में 20 सीसी अगर किसी ऐसी गबन बकरी को दे देंगे या गबन एक भेड़ को दे देंगे तो फिर उससे जो है वो मिसहैप हो सकता है, मिसकैरेज हो सकता है। उस मिसकैरेज की सूरत में आपकी जो 5 से 6 माह की जो होती है एफ़र्ट होती है, जो आपने जानवर को मेंटेन करने के लिए एफ़र्ट की होती है, वो ज़ाया हो जाती है। इस सिचुएशन में ख्याल रखें कि 10 सीसी से ज़्यादा किसी भी जानवर को ना दें निलजान। मोस्टली देखा गया, अगर तो देखते हैं आपके 10 सीसी से उसकी मतलब आपको ख़ुद सिचुएशन को आप रीड कर लेंगे कि उससे फ़ायदा हुआ है या नहीं हुआ। अगर उससे फ़ायदा आपको नज़र आता है 10 सीसी से तो ठीक है, वहीं पे इक्तफ़ा करें। अगर 10 सीसी से फ़ायदा नज़र नहीं आता तो फिर आपको उस मिक़दार को बढ़ाना पड़ेगा। फिर आपको 15 सीसी भी दे सकते हैं, 15 सीसी का एक्सपेरिमेंट करें। अगर 15 सीसी से काम नहीं चलता तो फिर 20 सीसी, लेकिन वो 20 सीसी जो है वो आपने 1 माह के बाद देना है। ये नहीं है कि आप तीसरे दिन ही उस पर एक्सपेरिमेंट कर दें, फिर इसके साइड इफ़ेक्ट्स जो हैं वो सामने आना शुरू हो जाते हैं। अदरवाइज़ मैं जितने फार्मर्स को मिला हूँ, जितने फार्मर्स के इंटरव्यू मैंने अपलोड किए हैं, जितने भी फार्मर्स के इंटरव्यूज़ किए हैं, उन्होंने निलजान ही रिकमेंड की है। जबकि मैं देख रहा हूँ कि लोग नेचुरल चीज़ों को छोड़ के एलोपैथिक की जानब बढ़ रहे हैं, जो कि ठीक है। फार्मर्स के पास टाइम नहीं होता, गो कि इस वक्त दुनिया बड़े फास्ट ट्रैक पर चल रही है। उस हवाले से बेहतर है कि जो है एलोपैथिक की तैयारशुदा मेडिसिन को पर इक्तफ़ा किया जाए, और मोस्टली डॉक्टर भी यही रिकमेंडेशंस देते हैं। इससे हट के मैं एक और गुजारिश करूँगा कि जो नुस्खा मैंने 2-3 दिन पहले जो आप लोगों के साथ शेयर किया था वो इंतहाई कंफर्टेबल है, लेकिन उसके लिए एक टाइम दरकार होता है, मार्केट जाना पड़ता है, चीज़ों को तैयार करना पड़ता है, मेहनत करनी पड़ती है। जबकि जो निलजान है ये आपको तैयार मिल जाती है और इसको आप फौरी तौर पे कर लेते हैं। ये नहीं एक सादा सा तरीका है, दूध में मिक्स कर लें या पानी में मिक्स करके आप उसको या इंजेक्ट कर दें उसके मुंह में। ये बड़ा आसान सा फार्मूला है और लोग इसी को आजमा रहे हैं। ठीक है, ये करें या वो करें, अपना बहुत सारा ख्याल रखिएगा। मुझे इजाज़त दीजिएगा, इंशाल्लाह फिर हाज़िर होंगे एक नई वीडियो के साथ। तब तक के लिए हमें इजाज़त। फ़ी अमानिल्लाह, अल्लाह हाफ़िज़। अस्सलामु अलैकुम वरहमतुल्लाहि वबरकातुहू।